ਵਿੱਚ ਅਸੀਂ ਦੇਖ ਲੈਂਦੇ ਹਾਂ ਪੰਜਾਬੀ ए ਦਾ ਸੈਂਪਲ ਪੇਪਰ। ਤਾਂ ਚਲੋ ਸ਼ੁਰੂ ਕਰਦੇ ਹਾਂ। ਤਾਂ ਦੋਸਤੋ ਦੇਖੋ ਪਹਿਲਾ ਕੁਐਸਚਨ ਕੀ ਹੈ, ਵਸਤੂਨਿਸ਼ਟ ਪਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ। ਤਾਂ ਇਸ ਦਾ ਆਂਸਰ ਦੇਖੋ ਨੀਚੇ ਦੇਖ ਸਕਦੇ ਹੋ। ਤਾਂ ਪਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ, ਥਾਲ। ਤਾਂ ਸੈਕਿੰਡ ਕੁਐਸਚਨ ਦੇਖੋ ਕੀ ਹੈ, ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ। ਤਾਂ ਇਸ ਦਾ ਆਂਸਰ ਦੇਖ ਸਕਦੇ ਹੋ ਤੁਸੀਂ। ਤਾਂ ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ, ਹਕੀਕੀ। ਤਾਂ ਸੈਕਿੰਡ ਹੋ ਗਿਆ। ਥਰਡ ਕੁਐਸਚਨ ਦੇਖੋ, ਰਬਾਬ ਮੰਗਾਉਣ ਦਾ ਬਿਰਤਾਂਤ ਸਾਖੀ ਦਾ ਲੇਖਕ ਰਚਨਹਾਰ ਕੌਣ ਹੈ। ਤਾਂ ਇਸ ਦਾ ਆਂਸਰ ਦੇਖੋ ਕੀ ਹੈ ਦੋਸਤੋ। ਤਾਂ ਰਬਾਬ ਮੰਗਾਉਣ ਦਾ ਬਿਰਤਾਂਤ ਦਾ ਸਾਖੀ ਦਾ ਲੇਖਕ ਕੌਣ ਹੈ, ਗਿਆਨੀ ਦਿੱਤ ਸਿੰਘ। ਉਸ ਤੋਂ ਬਾਅਦ ਦੇਖੋ ਫੋਰਥ ਕੁਐਸਚਨ, ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ। ਤਾਂ ਇਸ ਦਾ ਆਂਸਰ ਦੇਖੋ ਫੋਰਥ ਹੈਗਾ ਵਾ, ਕਿਹੜੇ ਧਰਮ ਵਿੱਚ ਹੈਗੀ ਆ, ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ। ਉਸ ਤੋਂ ਬਾਅਦ ਦੇਖੋ ਫਿਫਥ ਕੁਐਸਚਨ, ਕਰਤਾਰ ਸਿੰਘ ਨੇ ਸੁਸਾਇਟੀ ਦਾ ਕਿੰਨਾ ਕਰਜ਼ਾ ਦੇਣਾ ਸੀ। ਤਾਂ ਕਿੰਨਾ ਕਰਜ਼ਾ ਦੇਣਾ ਸੀ ਕਰਤਾਰ ਸਿੰਘ ਨੇ। ਦੇਖੋ ਇਸ ਦਾ ਆਂਸਰ ਹੈਗਾ ਵਾ 1650। ਉਸ ਤੋਂ ਬਾਅਦ ਦੇਖੋ ਪੰਜਵਾਂ ਹੋ ਗਿਆ। ਛੇਵਾਂ ਦੇਖੋ, ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ, ਇਹ ਵਾਰਤਾਲਾਪ ਕਿਸ ਰਚਨਾ 'ਚੋਂ ਲਈ ਗਈ ਹੈ। ਤਾਂ ਇਸ ਦਾ ਦੇਖੋ ਆਂਸਰ ਦੋਸਤੋ ਕੀ ਹੈ। ਉਸ ਤੋਂ ਬਾਅਦ ਜਿਵੇਂ ਇਸ ਦਾ ਆਂਸਰ ਤਾਂ ਲੱਭਿਆ ਨਹੀਂ, ਪਰ ਇਸ ਦਾ ਆਂਸਰ ਦੇਖੋ ਕੀ ਹੋਣਾ ਵਾ ਇਹਦਾ। ਤਾਂ ਜਿਵੇਂ ਕੁਲਫੀ ਕਹਾਣੀ ਦਾ ਸਾਰ ਆ, ਉਸ ਦੇ ਵਿੱਚ ਦੇਖੋ ਕੀ ਲਿਖਿਆ, ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਤਾਂ ਇਸ ਦਾ ਆਂਸਰ ਕੀ ਆ ਜਾਏਗਾ, ਕਿਹੜੇ ਵਾਰਤਾਲਾਪ ਵਿੱਚੋਂ ਲਈ ਗਈ ਹੈ ਇਹ, ਕੁਲਫੀ ਕਹਾਣੀ ਦੇ ਵਿੱਚੋਂ। ਉਸ ਤੋਂ ਬਾਅਦ ਬਲਵੰਤ ਰਾਏ ਕਿਹੜੇ ਦੇਸ਼ ਵਿੱਚ ਰਹਿੰਦਾ ਸੀ। ਤਾਂ ਬਲਵੰਤ ਰਾਏ ਕਿਹੜੇ ਦੇਸ਼ ਵਿੱਚ ਰਹਿੰਦਾ ਸੀ। ਤਾਂ ਦੇਖੋ ਇਸ ਦਾ ਆਂਸਰ ਤਾਂ ਜਿਹੜਾ ਬਲਵੰਤ ਰਾਏ ਹੈਗਾ ਵਾ ਉਹ ਇੰਗਲੈਂਡ ਦੇਸ਼ ਵਿੱਚ ਰਹਿੰਦਾ ਸੀਗਾ। ਉਸ ਤੋਂ ਬਾਅਦ ਦੇਖੋ ਨਾਵਲ ਇੱਕ ਹੋਰ ਨਵਾਂ ਸਾਲ ਦਾ ਲੇਖਕ ਕੌਣ ਹੈ। ਤਾਂ ਨਾਵਲ ਜਿਹੜਾ ਹੈਗਾ ਵਾ ਇੱਕ ਹੋਰ ਨਵਾਂ ਸਾਲ, ਤਾਂ ਉਸਦਾ ਲੇਖਕ ਕੌਣ ਹੈ। ਤਾਂ ਨਿਰੰਜਨ ਤਸਨੀਮ। ਉਸ ਤੋਂ ਬਾਅਦ ਦੇਖੋ ਕਿਹੜਾ ਹੈਗਾ ਵਾ, ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ। ਤਾਂ ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ, ਇਸ ਦਾ ਆਂਸਰ ਦੇਖ ਸਕਦੇ ਹੋ ਤੁਸੀਂ। ਤਾਂ ਟਾਂਗਿਆਂ ਦੇ ਬੰਬ ਬਣਾਉਂਦਾ ਸੀ ਵਜ਼ੀਰਾ। ਉਸ ਤੋਂ ਬਾਅਦ ਹੈਗਾ ਵਾ ਲਾਸਟ ਕੁਐਸਚਨ 10th, ਨਾਵਲ ਇੱਕ ਹੋਰ ਨਵਾਂ ਸਾਲ ਦੀਆਂ ਘਟਨਾਵਾਂ ਕਿਸ ਸ਼ਹਿਰ ਨਾਲ ਸੰਬੰਧਿਤ ਹਨ। ਤਾਂ ਇਸ ਦਾ ਆਂਸਰ ਤੁਸੀਂ ਦੇਖ ਸਕਦੇ ਹੋ। ਦੇਖੋ ਇਸ ਦਾ ਹੈਗਾ ਵਾ ਇੱਕ ਹੋਰ ਨਵਾਂ ਸਾਲ ਨਾਵਲ ਦੀਆਂ ਘਟਨਾਵਾਂ ਦਾ ਸਥਾਨ। ਤਿੰਨ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆ ਸਕਦੇ ਨੇ। ਤਾਂ ਕਿਹੜੇ ਸ਼ਹਿਰ ਦੇ ਨਾਲ ਸੰਬੰਧਿਤ ਸੀਗਾ, ਅੰਮ੍ਰਿਤਸਰ ਸ਼ਹਿਰ ਵਿੱਚ। ਉਸ ਤੋਂ ਬਾਅਦ ਦੇਖੋ ਵਸਤੂਨਿਸ਼ਟ ਹੋ ਗਏ। ਹੁਣ ਦੇਖੋ ਨੈਕਸਟ ਕੀ ਹੈਗਾ ਵਾ, ਹੇਠ ਲਿਖੇ ਕਾਵ ਬੰਦਾਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਜਿਹੜਾ ਪਹਿਲਾ ਹੈਗਾ ਵਾ ਪਵਨ ਗੁਰੂ ਪਾਣੀ ਪਿਤਾ ਦਾ। ਤਾਂ ਇਸ ਆਂਸਰ ਅਸੀਂ ਦੇਖ ਲੈਂਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਵਿਤਾ ਭਾਗ ਵਿੱਚੋਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤਾਂ ਇਸ ਦਾ ਪ੍ਰਸੰਗ ਕੀ ਹੈ, ਇਹ ਕਾਵ ਟੁੱਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੋਮਣੀ ਬਾਣੀ ਜਪਜੀ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਇੱਕ ਅੰਸ਼ ਹੈ। ਇਹ ਸਹਿਤਮਾਲਾ ਪੁਸਤਕ ਵਿੱਚ ਪਵਨ ਗੁਰੂ ਪਾਣੀ ਪਿਤਾ ਸਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜਗਤ ਨੂੰ ਇੱਕ ਰੰਗ ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਮਲਾਂ ਅਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ। ਤਾਂ ਵਿਆਖਿਆ ਦੇਖ ਲਓ ਕੀ ਹੈ ਇਹਦੀ। ਗੁਰੂ ਜੀ ਫਰਮਾਉਂਦੇ ਹਨ ਕਿ ਪਵਨ ਰੂਪੀ ਸਵਾਸ ਸਰੀਰ ਲਈ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਗੁਰੂ ਜੀਵਾਂ ਦੀ ਆਤਮਾ ਲਈ ਹੈ। ਪਾਣੀ ਸਭ ਜੀਵਾਂ ਦਾ ਬਾਪ ਹੈ, ਧਰਤੀ ਸਭ ਦੀ ਵੱਡੀ ਮਾਂ ਹੈ। ਦਿਨ ਤੇ ਰਾਤ ਦੋਵੇਂ ਖਿਡਾਵੀ ਅਤੇ ਖਿਡਵਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੈ। ਅਰਥਾਤ ਸੰਸਾਰ ਦੇ ਸਾਰੇ ਜੀਵ ਰਾਤੀ ਸੌਣ ਵਿੱਚ ਅਤੇ ਦਿਨੇ ਕੰਮ ਕਾਰ ਵਿੱਚ ਪਰਚੇ ਰਹਿੰਦੇ ਹਨ। ਇਸ ਤਰ੍ਹਾਂ ਸਾਰੇ ਸੰਸਾਰ ਦਾ ਕਾਰ ਵਿਹਾਰ ਚੱਲ ਰਿਹਾ ਹੈ। ਧਰਮ ਰਾਜ ਪਰਮਾਤਮਾ ਦੀ ਹਜ਼ੂਰੀ ਵਿੱਚ ਸੰਸਾਰ ਦੀ ਰੰਗ ਭੂਮੀ ਉੱਤੇ ਆਪੋ ਆਪਣੀ ਖੇਡ ਖੇਡਦੇ ਜੀਵਾਂ ਦੁਆਰਾ ਕੀਤੇ ਹੋਏ ਚੰਗੇ ਅਤੇ ਮੰਦੇ ਕੰਮਾਂ ਦੀ ਪੜਤਾਲ ਕਰਦਾ ਹੈ। ਆਪੋ ਆਪਣੇ ਕੀਤੇ ਕੰਮਾਂ ਅਨੁਸਾਰ ਕਈ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਦੂਰ ਰਹਿ ਜਾਂਦੇ ਹਨ। ਇਸ ਪ੍ਰਕਾਰ ਚੰਗੇ ਕੰਮ ਕਰਨ ਵਾਲੇ ਕਈ ਜੀਵਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਅਤੇ ਪਰੰਤੂ ਮੰਦੇ ਕੰਮ ਕਰਨ ਵਾਲੇ ਉਸ ਤੋਂ ਦੂਰ ਰਹਿ ਜਾਂਦੇ ਹਨ। ਤਾਂ ਦੇਖੋ ਪਹਿਲਾ ਹੋ ਗਿਆ। ਉਸ ਤੋਂ ਬਾਅਦ ਨੈਕਸਟ ਦੇਖੋ, ਇਹ ਚਾਰ ਦਿੱਤੇ ਗਏ ਨੇ, ਇਸ ਵਿੱਚ ਤੁਹਾਨੂੰ ਕੋਈ ਦੋ ਕਰਨੇ ਹੋਣਗੇ, ਪਰ ਅਸੀਂ ਚਾਰ ਹੀ ਕਰ ਲੈਂਦੇ ਹਾਂ। ਤਾਂ ਸੈਕਿੰਡ ਦੇਖੋ ਕੀ ਹੈ, ਤੂੰ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ। ਅਤੇ ਇਸ ਤੋਂ ਬਾਅਦ ਇਸ ਤੋਂ ਦੇਖੋ ਇਸ ਦਾ ਆਂਸਰ ਦੇਖ ਲਓ ਤੁਸੀਂ। ਦੇਖੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਤਾਂ ਇਸ ਦਾ ਪ੍ਰਸੰਗ ਕੀ ਹੈ, ਇਹ ਕਾਵ ਟੋਟਾ ਸਹਿਤਮਾਲਾ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਉਸ ਦੀ ਸ਼ਕਤੀ ਅਤੇ ਉਸ ਉੱਪਰ ਆਪਣੀ ਟੇਕ ਨੂੰ ਬਿਆਨ ਕਰਦਿਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਉਣ ਨਾਲ ਮਹਾ ਸੁੱਖ ਮਿਲਦਾ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾ ਸਕਦਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ
इस उत्ते अपनी टेक नूं बयान किया है। तो इसका व्याख्या देखो तुसीं की है। गुरु जी फरमाउंदे हन कि हे प्रभु तू मेरा पिता दी थां है, तू मेरी माता दी थां है, मेरा रिश्तेदार भी तू है, मेरा भरा भी तू ही है। जदों तू सब थावां ते मेरा राखा है तां मैनूं कोई चिंता जां डर पो नहीं हो सकता। हे प्रभु मैं तेरी किरपा नाल ही तैनूं पछाण सकदा हाँ, अर्थात तेरी किरपा नाल ही मैं तेरे नाल डूंगी सांझ पा सकदा हाँ। तू मेरा ओठ है अते मेरा माण है, मेरे लिए तेरे बगैर होर कोई नहीं। संसार दी यह खेड अते अखाड़ा सब तेरा ही है। तो सैकेंड भी हो गया। हुण देखो थर्ड की है, रब मेरा हाल दा महरम तू। तो इसका भी आंसर देख लैने आ देखो, रब मेरे हाल दा महरम तू। तो यह हैगा वा काफ टोटा। तो इसका प्रसंग की है देखो, यह काफ टोटा शाह हुसैन की लिखी हुई काफ़ी है जो कि सहतमाला पुस्तक विच सब कुछ मेरा तू सिरलेख हेठ दर्ज है। इस काफ़ी विच कवि अपनी होंद नूं नकारदा होया प्रभु की होंद दे सच नूं बयान करदा है। तो इसका व्याख्या देखो की है। शाह हुसैन बड़े निर्माणता भरे भाव प्रगट करदा होया आखदा है कि हे रब्बा तू मेरी दर्द भरी हालत दा भेती है, मेरे अंदर भी तू वसदा है ते बाहर भी, तू मेरे रोम रोम विच वसदा है, तू मेरे शरीर रूपी कपड़े का ताणा भी है अते बाणा भी है, मेरे भाव मेरे शरीर का अंग अंग तेरे रग रग सब कुछ तू ही है। शाह हुसैन एक निमाणा फकीर है, इसलिए वह आखदा है कि मेरे विच मेरा कुछ नहीं, सगों मैं जो कुछ हाँ असल विच हे प्रभु तू है। भाव मेरी अपनी हस्ती कुछ भी नहीं, सगों सब कुछ प्रभु ही है। तो देखो है दोस्तों, रब मेरे हाल दा महरम तू ये भी हो गया। तो आ देखो दोस्तों, हुण रह गया फोर्थ, फूक मुसला भन सिट लोटा। तो इसका भी हैगा वा आंसर, तो देख सकते हो तुसी। तो इसका हैगा वा फूक मुसला भन सिट लोटा। तो इसका प्रसंग देखो की है। यह काफ टोटा सहतमाला पुस्तक विच दर्ज बुल्ले शाह दी रची हुई काफ़ी इश्क की नवियों नवी बहार विचों लिया गया है। इस काफ़ी विच बुल्ले शाह अपने सूफी विचारां अनुसार इस्लामी शरां अते होर धार्मिक कर्म कांडां दीआं धज्जियां उड़ाउंदियां हन अते शरां दे बंधनां तो मुक्त हो के इश्क द्वारा प्राप्त होने वाली रूहानी अवस्था का महिमा गाई है। तो इसका व्याख्या देखो, बुल्ले शाह इस्लामी शरां अते चोटा लाउंदा होया आखदा है कि उस सफ़ नूं फूक दिओ जिस उत्ते शरां दा पाबंद कर्म कांडी करवाउण वाला मुसलमान बैठ के नमाज पढ़ता है। उस लोटे नूं भन दिओ जिस दे पानी नाल पवित्र हो के वह नमाज पढ़ता है। मुसलमानी शरह अनुसार फकीर दे चिन्ह माला कचकोल अते सोटा आदि फड़न की भी जरूरत नहीं। रब्बी ज्ञान का जानकार आशिक आखदा है कि सारे संसार विच इन्हां विचारां दा होका दे देवो कि हलाल खाना छड्ड के मुर्दार अर्थात हराम खाना शुरू कर देवो। रब्बी इश्क दी बहार नवियों नवी है, अर्थात रब दे आशिक शरह दे बंधना की परवाह नहीं करते अते वह उच्ची अवस्था विच विचरते हैं। तो दोस्तों आ भी हो गया। हुण नैक्सट देखो की है, उस तो बाद है गया आ वाला तो हो गया। हुण फोर्थ प्रश्न है गया, हेठ लिखिया काव्य रचना विचों किसी एक दा केंद्री भाव लगभग 30 शब्दों में लिखो। तो यह सो क्यों मंदा आखिए ते आप नूं पछाण। तो इन्हां दोनों का सिरलेख देखते हैं की है। आ देखो, तो सो क्यों मंदा आखिए का केंद्री भाव देखो की है, मनुखी जीवन का जन्म तो मरण तक हर पड़ा इस्त्री नाल जुड़िया होया है। इस्त्री तो बारा केवल परमात्मा है, मनुख नहीं। राजे भी उस तो ही जन्म लेंदे हन, इस करके इस्त्री नूं मंदा नहीं कहना चाहिए। तो उस तो बाद देखो आप नूं पछाण काफ का केंद्री भाव देखो, मनुख नूं सिर अते खड़ी अपनी मौत का ख्याल करदियां नाशमान संसारिक पदार्थां दे अडंबरां दा हंकार छड्ड के अपने आपे की पहचान करनी चाहिए है। इस तरह उसनूं साईं दा मिलाप प्राप्त हुंदा है। तो दोस्तों केंद्री भाव भी हो गया। उस तो बाद देखो की है, हेठ लिखे वार्तक लेख ਜਾਂ कहानी विचों किसी एक दा सार लगभग 100 शब्दों में लिखो। तो इस बोली और प्रार्थना का सार। तो देख लें इस दे विच सार बोली और प्रार्थना का। तो बोली का देखो की है, तो देख सकते हो बोली का सार आ देखो, मूँह मनुख के शरीर का चित्र है परंतु बोली उसकी आत्मा का चित्र है। जे किसी बोलण वाले दे अंदर कुछ होवे तां
ਸਰੋਤੇ ਕਈ ਵਾਰੀ ਵੀ ਅੱਗੇ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ। ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਮਨ ਉੱਤੇ ਚਿਤਰੇ ਲਫ਼ਜ਼ ਸਾਨੂੰ ਕਦੇ ਨਹੀਂ ਭੁੱਲਦੇ ਅਤੇ ਮੋਹਰਾਂ ਵਾਂਗ ਕੰਮ ਦਿੰਦੇ ਹਨ। ਇਸ ਲਈ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ ਉਹ ਥਾਂ ਮੋਹਰਾਂ ਦੀ ਖਾਣ ਹੈ ਅਤੇ ਸਾਡੀ ਅਮੀਰੀ ਇਸੇ ਉੱਤੇ ਨਿਰਭਰ ਕਰਦੀ ਹੈ। ਭਰਪੂਰ ਖਾਣ ਵਿੱਚੋਂ ਵੀ ਸਿਆਣੀ ਪੁਟਾਈ ਦੀ ਦੌਲਤ ਪੁੱਟ ਸਕਦੀ ਹੈ। ਸਾਡੀ ਪੁਟਾਈ ਅਤੇ ਲੱਭਤਾ ਦਾ ਨਾਪ ਸਾਡੀ ਬੋਲੀ ਹੁੰਦੀ ਹੈ। ਸਾਡੀ ਬੋਲੀ ਉਹ ਹੈ ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੀ ਮਾਂ ਤੋਂ ਸਿੱਖੀ ਹੈ। ਉਹ ਲੋਕ ਬਦਕਿਸਮਤ ਹਨ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਤਜਰਬਾ ਸਾਡੀ ਦੌਲਤ ਹੈ ਅਤੇ ਇਹ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹ ਵਿੱਚ ਸਾਂਭੀ ਜਾਂਦੀ ਹੈ ਉਸੇ ਵਿੱਚ ਹੀ ਇਹ ਵਰਤੀ ਜਾ ਸਕਦੀ ਹੈ। ਤਜਰਬਾ ਇੱਕ ਦੌਲਤ ਦਾ ਖਜ਼ਾਨਾ ਹੈ। ਸ਼ਬਦ ਇਸ ਦੇ ਸਿੱਕੇ ਅਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਉਸ ਤੋਂ ਬਾਅਦ ਇਸ ਕਰਕੇ ਸਭ ਤੋਂ ਪਹਿਲਾਂ ਤਜਰਬੇ ਅਤੇ ਮੌਕਿਆਂ ਵਿੱਚ ਵਾਧਾ ਕਰਨਾ ਚਾਹੀਦਾ ਹੈ ਜਿਹੜੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਅਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ। ਬਚਪਨ ਦਾ ਸਮਾਂ ਜਵਾਨੀ ਅਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਹੁੰਦਾ ਹੈ। ਇਸ ਵਿੱਚ ਹੀ ਲਫ਼ਜ਼ਾਂ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਬਣਾ ਕੇ ਜਵਾਨੀ ਅਤੇ ਬੁਢਾਪਾ ਆਪਣਾ ਔਖਾ ਸੌਖਾ ਵਕਤ ਲੰਘਾਉਂਦੇ ਹਨ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ ਬਲਕਿ ਜ਼ਿੰਦਗੀ ਦੇ ਹੁਸਨਾਂ ਅਤੇ ਸਵਾਦਾਂ ਦਾ ਜਾਦੂ ਹੈ। ਉਸ ਤੋਂ ਬਾਅਦ ਦੇਖੋ, ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ। ਇਹ ਬਹੁਤ ਮਹਿੰਗੀ ਵਿਰਾਸਤ ਹੈ। ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗਵਾਲਿਆਂ, ਚਰਵਾਹਿਆਂ ਅਤੇ ਭਿੰਨ ਪ੍ਰਕਾਰ ਦੇ ਸਮਾਨ ਵੇਚਣ ਵਾਲਿਆਂ ਤੋਂ ਸ਼ਬਦ ਸਿੱਖੋ ਅਤੇ ਸੰਭਾਲੋ। ਤਾਂ ਉਸ ਤੋਂ ਬਾਅਦ ਦੇਖੋ ਪ੍ਰਾਰਥਨਾ ਦਾ ਸਾਰ ਹੈਗਾ ਵਾ। ਤਾਂ ਆਹ ਦੇਖੋ ਕੀ ਹੈ, ਅਰਦਾਸ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਵਸਤੂ ਹੈ। ਵੱਡੇ ਰਾਠਾਂ ਅਤੇ ਸਿਆਣਿਆਂ ਨੂੰ ਵੀ ਇਸ ਦੀ ਜ਼ਰੂਰਤ ਪੈਂਦੀ ਹੈ। ਸਿੱਖ ਧਰਮ ਵਿੱਚ ਇਸ ਦੀ ਖਾਸ ਮਹਾਨਤਾ ਹੈ। ਸਾਰੀਆਂ ਰਸਮਾਂ ਰੀਤਾਂ ਦੇ ਪਰਮਾਰਥਕ ਸਾਧਨਾਂ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ। ਅਰਦਾਸ ਇੱਕ ਫਰਜ਼ ਹੈ, ਇਸ ਦੇ ਉੱਤਰ ਦੀ ਜ਼ਰੂਰਤ ਨਹੀਂ ਹੁੰਦੀ। ਸਿੱਖ ਦੀ ਅਰਦਾਸ ਨਿਰਾਲੀ ਹੈ। ਇਸ ਨਾਲ ਇਹ ਨਿੱਜ ਤੋਂ ਉੱਪਰ ਉੱਠ ਕੇ ਸਰਬਤ ਦੇ ਭਲੇ ਵਿੱਚ ਲੀਨ ਹੁੰਦਾ ਹੈ। ਇਹ ਉਸ ਦੀ ਚੜ੍ਹਦੀ ਕਲਾ ਦਾ ਸਾਧਨ ਹੈ। ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਅ ਯਤਨ ਹੈ। ਅਰਦਾਸ ਮਹਾਰਾਜਾ ਰਣਜੀਤ ਸਿੰਘ ਦੇ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਪਏ ਇੱਕ ਧਾੜਵੀ ਕੈਦੀ ਵਾਂਗ ਵਿਅਕਤੀ ਦੇ ਜੀਵਨ ਅਤੇ ਚਰਿੱਤਰ ਨੂੰ ਬਦਲ ਕੇ ਰੱਖ ਦਿੰਦੀ ਹੈ। ਅਰਦਾਸ ਮਨੁੱਖ ਦੇ ਅਥਾਹ ਆਨੰਦ ਅਤੇ ਸ਼ਾਂਤੀ ਦਿੰਦੀ ਹੈ। ਉਸ ਨੂੰ ਦੁੱਖ, ਸੰਕਟ ਅਤੇ ਕਸ਼ਟ ਦੁਖਦਾਈ ਪ੍ਰਤੀਤ ਨਹੀਂ ਹੁੰਦੇ। ਇਸ ਕਰਕੇ ਸਾਨੂੰ ਕਿਸੇ ਮਨਮਤੀਏ ਦੀ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ। ਸਾਨੂੰ ਕਦੇ ਵੀ ਉਸ ਦਿਆਲੂ ਪ੍ਰਭੂ ਨੂੰ ਨਹੀਂ ਭੁੱਲਣਾ ਚਾਹੀਦਾ। ਅੰਤ ਸਭ ਨੇ ਪਰਮਾਤਮਾ ਦੇ ਦਰਗਾਹੇ ਚੱਲਣਾ ਹੈ ਜਿੱਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ। ਇਸ ਲਈ ਭਲਾਈ ਇਸੇ ਗੱਲ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਆਪਣੇ ਜਗਤ ਪਿਤਾ ਤੋਂ ਆਪਣੇ ਪਾਪ ਬਖਸ਼ਾਈਏ। ਸਾਨੂੰ ਜਗਤ ਦਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਮਨ ਕਰਤਾਰ ਵੱਲ ਲਾ ਕੇ ਸਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਤਾਂ ਦੋਸਤੋ ਆਹ ਦੋਨੋਂ ਸਾਰ ਵੀ ਹੋ ਚੁੱਕੇ ਨੇ। ਉਸ ਤੋਂ ਬਾਅਦ ਦੇਖੋ ਕੀ ਹੈ, ਉਸ ਤੋਂ ਬਾਅਦ ਹੈਗਾ ਕਿਸੇ 2 ਪ੍ਰਸ਼ਨਾਂ ਦੇ ਉੱਤਰ ਦਿਓ। ਇਹ 2 ਪ੍ਰਸ਼ਨਾਂ ਦੇ ਉੱਤਰ ਨੇ ਪਰ ਅਸੀਂ ਸਾਰੇ ਕਰਾਂਗੇ ਤਾਂ ਕਿ ਤੁਹਾਡੀ ਰਿਵੀਜ਼ਨ ਹੋ ਜਾਏ। ਤਾਂ ਉਸ ਤੋਂ ਬਾਅਦ ਦੇਖੋ ਕੁਐਸਚਨ ਦੇਖ ਲੈਂਦੇ ਹਾਂ। ਤਾਂ ਪਹਿਲਾਂ ਦੇਖੋ ਕੀ ਹੈ ਕੁਐਸਚਨ, ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ। ਤਾਂ ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ, ਜਿੱਥੇ ਮਾਂ, ਭੈਣ ਅਤੇ ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਂ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਦਾ ਜੀ ਕਰਦਾ ਹੈ, ਜਿੱਥੇ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸਵਾਦ ਆਉਂਦਾ ਹੈ। ਤਾਂ ਨੈਕਸਟ ਕੁਐਸਚਨ ਦੇਖੋ ਕੀ ਹੈ, ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ। ਤਾਂ ਦੇਖੋ ਕੀ ਹੈ, ਇਸ ਕਥਨ ਵਿੱਚ ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਚਿਹਰੇ ਤੋਂ ਮਨੁੱਖ ਦੇ ਸਰੀਰ, ਸੁਹਜ ਜਾਂ ਕੋਝ ਦੀ ਪਛਾਣ ਹੁੰਦੀ ਹੈ, ਇਸੇ ਤਰ੍ਹਾਂ ਬੋਲੀ ਤੋਂ ਮਨੁੱਖ ਦੀ ਆਤਮਾ ਦੀ ਅਮੀਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ। ਇਸੇ ਕਰਕੇ ਹੀ ਬੋਲ ਸਕਣ ਵਾਲੇ ਅੰਨੇ, ਸਿਆਣੇ ਅਤੇ ਦਿਲਚਸਪ ਜਾਪਦੇ ਹਨ, ਪਰੰਤੂ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ, ਕਿਉਂਕਿ ਮਨੁੱਖ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਕਿ ਉਸਨੇ ਕੀ ਕੁਝ ਆਪਣਾ ਬਣਾਇਆ ਹੈ। ਬੋਲਣ ਵਾਲੇ ਦੇ ਲਫ਼ਜ਼ ਉਸ ਦੀ ਅੰਦਰਲੀ ਅਮੀਰੀ, ਤਜਰਬੇ ਅਤੇ ਅਕਲ ਦਾ ਸੂਚਕ ਹੁੰਦੇ ਹਨ। ਇਸੇ ਕਰਕੇ ਲੇਖਕ
ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਰਿੱਤਰ ਕਹਿੰਦਾ ਹੈ। ਤਾਂ ਨੈਕਸਟ ਕੁਐਸਚਨ ਦੇਖੋ ਕੀ ਹੈ, ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ। ਤਾਂ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ। ਜ਼ਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਰਾਠ ਆਦਮੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ। ਅਰਦਾਸ ਜ਼ਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ, ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਰੋਗ ਵੇਲੇ, ਜੰਗ ਵੇਲੇ, ਮੁਸ਼ਕਲ ਸਮੇਂ ਕਾਰਜ ਦੀ ਸਿੱਧੀ ਲਈ ਕੀਤੀ ਜਾਂਦੀ ਹੈ। ਇਸ ਨਾਲ ਮਨੁੱਖ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਤਾਂ ਨੈਕਸਟ ਕੁਐਸਚਨ ਦੇਖੋ ਲਾਸਟ ਕੀ ਹੈ, ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਹਨ। ਤਾਂ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭੱਲੀਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪਹਿਨਣ ਭੁਲਾ ਕੇ ਮਰਦਾਨੇ ਡੋਮ ਸਮੇਤ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਅਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਾ ਦੇਖ ਕੇ ਕੁਰਾਈਆਂ ਸਮਝਣ ਲੱਗੇ ਅਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ, ਜੋ ਕਿ ਕਿਸੇ ਦੀ ਗੱਲ ਸੁਣਦਾ ਹੀ ਨਹੀਂ। ਉਸ ਤੋਂ ਬਾਅਦ ਦੇਖੋ ਕੁਐਸਚਨ ਵੀ ਹੋ ਗਏ। ਉਸ ਤੋਂ ਬਾਅਦ ਕੀ ਹੈ, ਤਾਂ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਤਾਂ ਕੁਲਫੀ ਅਤੇ ਅੰਗ ਸੰਗ ਦਿੱਤਾ ਵਾ, ਹੁਣ ਆਪਾਂ ਦੋਨੋਂ ਕਰ ਲੈਂਦੇ ਹਾਂ। ਪੇਜ ਨੰਬਰ 26 ਤੇ ਸੀਗੇ। ਤਾਂ ਕੁਲਫੀ ਕਹਾਣੀ ਦਾ ਸਾਰ ਦੇਖੋ ਕੀ ਹੈ, ਜੂਨ ਦੀ ਦੁਪਹਿਰ ਕਹਾਣੀਕਾਰ ਸੁੱਤਾ ਪਿਆ ਸੀ ਕਿ ਬਾਹਰੋਂ ਪਹਿਲਾਂ ਕੁਲਫੀ ਵਾਲੇ ਦੀ ਅਤੇ ਫਿਰ ਮੁਰਮੁਰਾ ਵੇਚਣ ਵਾਲੇ ਦੀ ਆਵਾਜ਼ ਆਈ। ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ, ਪਰ ਮਹੀਨੇ ਦੀ 26 ਤਾਰੀਖ ਹੋਣ ਕਰਕੇ ਕਹਾਣੀਕਾਰ ਦੀ ਜੇਬ ਖਾਲੀ ਸੀ। ਕਹਾਣੀਕਾਰ ਨੇ ਸ਼ਾਮੀ ਬਾਜ਼ਾਰੋਂ ਕੁਲਫੀ ਖਵਾਉਣ ਦਾ ਇਕਰਾਰ ਕਰਕੇ ਕਾਕੇ ਤੋਂ ਪਿੱਛਾ ਛੁਡਾਇਆ ਅਤੇ ਆਪ ਘਰੋਂ ਨਿਕਲ ਗਿਆ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫੀ ਖਵਾਉਣ ਲਈ ਕਿਹਾ, ਪਰ ਕਹਾਣੀਕਾਰ ਨੇ ਉਸ ਨੂੰ ਦਬਕੇ ਨਾਲ ਚੁੱਪ ਕਰਵਾਉਂਦਿਆਂ ਅਗਲੇ ਦਿਨ ਦਾ ਇਕਰਾਰ ਕਰ ਦਿੱਤਾ। ਉਸ ਤੋਂ ਬਾਅਦ ਅਗਲੇ ਦਿਨ ਉਸ ਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ, ਪਰ ਉਹ ਘਰ ਦੀਆਂ ਲੋੜਾਂ ਖਾਤਰ ਉਸਦੀ ਪਤਨੀ ਨੇ ਲੈ ਲਏ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ, ਪਰ ਜਾਗਦਿਆਂ ਹੀ ਉਸਨੇ ਕੁਲਫੀ ਮੰਗੀ। ਕਹਾਣੀਕਾਰ ਨੇ ਫਿਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਇਕਰਾਰ ਕਰ ਦਿੱਤਾ। ਰਾਤ ਨੂੰ ਉਹ ਜ਼ਰਾ ਲੇਟ ਘਰ ਪਰਤਿਆ। ਕਾਕਾ ਸੋ ਚੁੱਕਾ ਸੀ। ਅੱਧੀ ਰਾਤ ਵੇਲੇ ਕੁਲਫੀ ਬੜਬੜਾਉਣ ਲੱਗਾ। ਸਵੇਰੇ ਉੱਠ ਕੇ ਉਸਨੇ ਕੁਲਫੀ ਨਾ ਮੰਗੀ, ਪਰ ਦੁਪਹਿਰੋਂ ਜਦੋਂ ਬਾਹਰ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਖੇਡ ਛੱਡ ਕੇ ਉੱਧਰ ਤੁਰ ਪਿਆ। ਕਹਾਣੀਕਾਰ ਵੀ ਦੱਬੀ ਪੈਰੀ ਉਸਦੇ ਮਗਰ ਗਿਆ। ਜਦੋਂ ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕਾ ਉਸਨੂੰ ਧੁੱਸ ਦੇ ਕੇ ਪੈ ਗਿਆ, ਜਿਸ ਨਾਲ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਅਤੇ ਕੁਲਫੀ ਖਿੱਲਰ ਗਈ। ਜਦੋਂ ਉਹ ਉੱਠਿਆ ਤਾਂ ਕਾਕੇ ਨੇ ਉਸਨੂੰ ਇੱਕ ਹੋਰ ਢੁੱਡ ਮਾਰੀ ਅਤੇ ਉਹ ਮੁੜ ਨਾਲੀ ਵਿੱਚ ਡਿੱਗ ਪਿਆ। ਉਹ ਛਾਣੀ ਦੁਆਰਾ ਉਲਾਮਾ ਦੇਣ ਤੇ ਕਾਕੇ ਦੀ ਮਾਂ ਉਸਨੂੰ ਚਪੇੜ ਮਾਰਨ ਲੱਗੀ, ਪਰ ਕਹਾਣੀਕਾਰ ਨੇ ਕਿਹਾ, ਕੁਝ ਵੰਡ ਛੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਤਾਂ ਇਹ ਸੀਗਾ ਸਾਰ। ਤਾਂ ਉਸ ਤੋਂ ਬਾਅਦ ਦੇਖੋ ਇਸ ਦਾ ਅੰਗ ਸੰਗ ਦਾ ਦੇਖੋ ਸਾਰ ਕੀ ਹੈ। ਤਾਂ ਕਰਤਾਰ ਸਿੰਘ ਦਾ ਬਾਪ ਜ਼ਮੀਨ ਗਹਿਣੇ ਪੈਣ ਤੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆਇਆ ਸਿੰਗਾਪੁਰ ਜਾ ਕੇ ਕਮਾਈ ਕਰਨ ਲੱਗਾ, ਜਿਸ ਨਾਲ ਉਸਨੇ ਜ਼ਮੀਨ ਤਾਂ ਛੁਡਾ ਲਈ, ਪਰੰਤੂ ਉਸਦਾ ਪੁੱਤਰ ਕਰਤਾਰ ਸਿੰਘ ਜ਼ਮੀਨ ਠੇਕੇ ਉੱਤੇ ਦੇ ਕੇ ਅਤੇ ਆਪ ਸ਼ਾਨ ਨਾਲ ਵਿਹਲਾ ਢਾਣੀਆਂ ਵਿੱਚ ਫਿਰਦਾ, ਸ਼ਰਾਬ ਪੀਂਦਾ ਅਤੇ ਸ਼ਿਕਾਰ ਖੇਡਣ ਜਾਂਦਾ। ਉਸਦੇ 2 ਪੁੱਤਰ ਅਤੇ 3 ਧੀਆਂ ਸਨ। ਉਹ ਆਪਣੀ ਮਾਂ ਅਤੇ ਪਤਨੀ ਦੀ ਰਤਾ ਪਰਵਾਹ ਨਾ ਕਰਦਾ। ਪਿਓ ਦੀ ਮੌਤ ਮਗਰੋਂ ਉਹ ਬਾਹਰੋਂ ਆਉਂਦਾ ਪੈਸਾ ਬੰਦ ਹੋ ਗਿਆ, ਪਰ ਉਸਨੇ ਫੈਲਸੂਫੀਆਂ ਨਾ ਛੱਡੀਆਂ। ਇੱਕ ਵਾਰੀ ਉਸਨੇ ਆਪਣੀ ਭੈਣ ਦੀਆਂ 2 ਕੁੜੀਆਂ ਦੇ ਇਕੱਠੇ ਵਿਆਹ ਉੱਤੇ ਭੈਣ ਦੀ ਇੱਛਾ ਅਨੁਸਾਰ ਉੱਥੇ ਸਜ ਧਜ ਨਾਲ ਜਾਣ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਆਪਣੀ ਪਤਨੀ ਤੋਂ ਟੁੰਮਾਂ ਮੰਗੀਆਂ, ਜਿਹੜੀ ਉਸ ਦੁਆਰਾ ਦੇਣ ਤੋਂ ਇਨਕਾਰ ਕਰਨ ਤੇ ਉਸਨੂੰ ਥਾਪੀ ਨਾਲ ਕੁੱਟਿਆ। ਹੁਣ ਉਹ ਹਰ ਰੋਜ਼ ਸ਼ਰਾਬ ਨਾਲ ਰੱਜਿਆ ਘਰ ਆਉਂਦਾ, ਜਿਸ ਕਾਰਨ ਘਰ ਵਿੱਚ ਤਣਾਅ ਪੈਦਾ ਹੋਇਆ ਰਹਿੰਦਾ। ਉਸ ਦਾ ਪੁੱਤਰ ਅਮਰੀਕ, ਜੋ 3 ਦਰਜੇ ਦਾ ਸਰਕਾਰੀ ਮੁਲਾਜ਼ਮ ਸੀ, ਵੀ ਉਸ ਦੀਆਂ ਆਦਤਾਂ ਨੂੰ ਪਸੰਦ ਨਹੀਂ ਸੀ ਕਰਦਾ। ਕਰਤਾਰ ਸਿੰਘ ਦੀ ਅਚਾਨਕ ਮੌਤ ਹੋ ਜਾਣ ਤੋਂ ਮਗਰੋਂ ਅਮਰੀਕ ਨੂੰ ਪਤਾ ਲੱਗਾ ਕਿ ਉਸਦੇ ਪਿਓ ਦੇ ਸਿਰ ਸੁਸਾਇਟੀ ਦੇ ਕਰਜ਼ੇ ਦੇ 1650 ਰੁਪਏ ਸਨ। 500 ਰੁਪਏ ਉਸਨੇ ਮੱਖਣ ਸਿੰਘ ਦੇ ਦੇਣੇ ਸਨ। ਪੌਣਾ ਕਿੱਲਾ ਜ਼ਮੀਨ ਉਸਨੂੰ ਅਮਰੀਕ ਬਚੀ ਹੋਈ ਸਮਝਦਾ ਸੀ, ਉਹ ਵੀ ਗਹਿਣੇ ਪਈ ਹੋਈ ਸੀ। ਫਿਰ ਉਸਨੂੰ ਪਤਾ ਲੱਗਾ ਕਿ ਕਰਤਾਰ ਸਿੰਘ ਇੱਕ ਵਾਰੀ ਘਰੋਂ ਪਤੀਲਾ ਚੁੱਕ ਕੇ ਵੇਚ ਆਇਆ ਸੀ ਅਤੇ ਅਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਖਾਂਦਾ। ਨਸਵਾਰ ਤੇ ਬੀੜਾ ਜਿਹਾ ਵੀ ਲੈਂਦਾ ਸੀ।
ਦੁਖੀ ਹੋਇਆ ਅਮਰੀਕ ਨੇ ਕਿਹਾ ਕਿ ਇਹ ਵੀ ਚੰਗਾ ਹੋਇਆ ਕਿ ਉਹ ਵੇਲੇ ਸਿਰ ਮਰ ਗਿਆ, ਨਹੀਂ ਤਾਂ ਰਹਿੰਦੀ 2 ਕਿੱਲੇ ਜ਼ਮੀਨ ਵੀ ਗਹਿਣੇ ਪੈ ਜਾਣੀ ਸੀ ਅਤੇ ਮਹਿੰਦਰ ਦੇ ਸ਼ਬਦਾਂ ਵਿੱਚ ਪਿੱਛੋਂ ਰਹਿ ਜਾਣਾ ਸੀ। ਠੁਣ ਠੁਣ ਗੋਪਾਲ। ਇਹ ਸੁਣ ਕੇ ਸਾਰੇ ਹੌਲੀ ਜਿਹੇ ਹੱਸੇ, ਜਿਵੇਂ ਸਭ ਨੂੰ ਇਹ ਗੱਲ ਸਰਬ ਸੰਮਤੀ ਨਾਲ ਪ੍ਰਵਾਨ ਸੀ। ਉਸ ਤੋਂ ਬਾਅਦ ਦੇਖੋ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ। ਤਾਂ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਸਾਹਮਣੇ ਚਿੱਠੀ ਦੁੱਧ ਕੁਲਫੀ ਨੱਚਣ ਲੱਗ ਪਈ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ, ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫੀ ਖਰੀਦਣ ਤੋਂ ਅਸਮਰਥ ਸੀ। ਉਹ ਸੋਚ ਰਿਹਾ ਸੀ ਕਿ ਉਸ ਦੀ ਤਨਖਾਹ ਤਾਂ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ ਉੱਡ-ਪੁੱਡ ਜਾਂਦੀ ਹੈ। ਉਹ ਪੈਸੇ ਦੀ ਤੰਗੀ ਨੂੰ ਹਵਾਲਾਤ ਦੀ ਤੰਗੀ ਨਾਲੋਂ ਵੀ ਭੈੜੀ ਮਹਿਸੂਸ ਕਰ ਰਿਹਾ ਸੀ। ਉਸ ਤੋਂ ਬਾਅਦ ਦੇਖੋ ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਸੀਗਾ। ਤਾਂ ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸ਼ਕਲ ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ, ਮਿੱਠੀ ਅਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ। ਉਹ ਆਪਣੀ ਘੁੰਮਣ ਫਿਰਨ ਦੀ ਇੱਛਾ ਪੂਰੀ ਕਰਨ ਲਈ ਉਹ ਨਿਹੋਰਿਆਂ ਅਤੇ ਗਿੱਲਿਆਂ ਤੋਂ ਕੰਮ ਲੈਂਦੀ ਹੈ। ਭਾਵਕ ਹੋਣ ਕਰਕੇ ਉਹ ਇੰਗਲੈਂਡ ਦੀ ਪਦਾਰਥ ਖੁਸ਼ਹਾਲੀ, ਸੁੰਦਰਤਾ, ਸੁੱਖ ਸਹੂਲਤਾਂ ਦੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਮਹਾਂਪ੍ਰਸੰਨਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਅਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਸਹੀ ਅਰਥਾਂ ਵਿੱਚ ਧਾਰਮਿਕ ਸੇਵਾ ਭਾਵ ਵਾਲੀ ਭਜਨ ਗਾ ਕੇ ਧੂਣਾ ਪੁੱਟਣ ਵਾਲੀ ਅੰਧ-ਵਿਸ਼ਵਾਸੀ ਅਤੇ ਪੁਰਾਣੇ ਵਕਤਾਂ ਦੀ ਔਰਤ ਦਾ ਨਮੂਨਾ ਹੈ। ਉਹ ਸਫਾਈ ਪਸੰਦ, ਖਾਣ ਪੀਣ ਦੀ ਸ਼ੌਕੀਨ, ਸ਼ਾਕਾਹਾਰੀ ਅਤੇ ਪਿਆਰ ਦੀ ਭੁੱਖੀ ਹੈ। ਉਹ ਇਕੱਲਤਾ ਭਰੇ ਅਪਣਤਹੀਨ ਜੀਵਨ ਅਤੇ ਓਪਰੇ ਸੱਭਿਆਚਾਰ ਕਾਰਨ ਘੋਰ ਨਿਰਾਸ਼ਾ ਦਾ ਸ਼ਿਕਾਰ, ਦੁਖਾਂਤਕ ਅਤੇ ਵਿਅੰਗਾਤਮਕ ਪਾਤਰ ਹੈ। ਉਸ ਤੋਂ ਬਾਅਦ ਦੇਖੋ ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੋਲੀ ਨੂੰ ਕਿਵੇਂ ਛੁਡਾਇਆ। ਤਾਂ ਦੇਖੋ ਕੀ ਹੈ, ਅਮਰੀਕ ਦਾ ਦਾਦਾ ਕਰਜ਼ੇ ਹੇਠ ਦੱਬੇ ਅਤੇ ਜ਼ਮੀਨ ਦੇ ਗਹਿਣੇ ਪੈਣ ਕਰਕੇ ਸਿੰਗਾਪੁਰ ਨੂੰ ਚਲਾ ਗਿਆ ਅਤੇ ਉੱਥੇ ਕਮਾਈ ਕਰਕੇ ਉਹ ਹੌਲੀ-ਹੌਲੀ ਆਪਣੀ ਗਹਿਣੇ ਪਈ ਸਾਰੀ ਜ਼ਮੀਨ ਛੁਡਵਾ ਲਈ। ਉਸ ਤੋਂ ਬਾਅਦ ਦੇਖੋ ਕੀ ਹੈ, ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀਗਾ। ਤਾਂ ਕਾਕਾ ਸੁਪਨੇ ਵਿੱਚ ਇਸ ਕਰਕੇ ਬੁੜਬੁੜਾ ਰਿਹਾ ਸੀ ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ, ਪਰ ਉਸਦੇ ਅਚੇਤ ਮਨ ਉੱਤੇ ਉਸਦੀ ਕੁਲਫੀ ਖਾਣ ਦੀ ਅਪੂਰਤ ਇੱਛਾ ਹੀ ਭਾਰੂ ਸੀ। ਭਾਵੇਂ ਉਹ ਸੁੱਤਾ ਪਿਆ ਸੀ, ਪਰ ਸੁੱਤੇ ਪਿਆ ਉਸ ਦਾ ਅਚੇਤ ਮਨ ਜਾਗ ਰਿਹਾ ਸੀ ਅਤੇ ਉਸ ਦਾ ਪ੍ਰਗਟਾਵਾ ਉਸਦੇ ਬੁੜਬੁੜਾਉਣ ਰਾਹੀਂ ਹੀ ਹੋ ਰਿਹਾ ਸੀ। ਤਾਂ ਮਨੋਵਿਗਿਆਨ ਅਨੁਸਾਰ ਇਹ ਅਮਲ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ। ਉਸ ਤੋਂ ਬਾਅਦ ਵੀਰਾਵਲੀ ਦਾ ਚਰਿੱਤਰ ਚਿੱਤਰਨ। ਉਸ ਤੋਂ ਬਾਅਦ ਦੇਖੋ ਹੁਣ ਆ ਗਏ ਚਿੱਤਰ ਚਿੱਤਰਨ। ਤੁਸੀਂ ਇਹ ਕੁਐਸਚਨ ਪੇਪਰ ਦੇਖ ਸਕਦੇ ਹੋ। ਜਿਵੇਂ ਆ ਕੁਐਸਚਨ ਹੋ ਗਏ, ਤਾਂ ਹੁਣ ਇਕਾਂਗੀਆਂ ਦੇ ਵਿੱਚੋਂ 2 ਚਿੱਤਰ ਚਿੱਤਰਨ ਹੈਗੇ ਆ, ਵੀਰਾਵਲੀ ਅਤੇ ਸ਼ਰਨਜੀਤ ਦਾ। ਉਸ ਤੋਂ ਬਾਅਦ ਕਰਦੇ ਹਾਂ ਅਸੀਂ ਤਾਂ ਵੀਰਾਵਲੀ ਦਾ ਚਰਿੱਤਰ ਚਿੱਤਰਨ। ਤਾਂ ਵੀਰਾਵਲੀ ਬੰਬ ਕੇ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਸ਼ਰਨਾਰਥੀ ਅਤੇ ਤੰਗੀਆਂ ਦੀ ਸ਼ਿਕਾਰ ਇਸਤਰੀ ਹੈ। ਉਸਦੇ 3 ਪੁੱਤਰ ਹਨ। ਉਹਨਾਂ ਵਿੱਚ ਇੱਕ ਵਜ਼ੀਰਾ ਹੈ ਜੋ ਕਿ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਦੀਪੋ ਉਸਦੀ ਧੀ ਹੈ। ਇਕਾਂਗੀਕਾਰ ਨੇ ਉਸਦੀ ਇੱਕ ਮਾਂ ਦੇ ਰੂਪ ਵਿੱਚ ਸਫਲਤਾ ਸਹਿਤ ਪਾਤਰ ਉਸਾਰੀ ਕੀਤੀ ਹੈ। ਉਹ ਰਾਂਗਲੀਆਂ ਪੀੜ੍ਹੀਆਂ ਉੱਪਰ ਸੁੰਦਰ ਵੇਲ ਬੂਟੇ ਵਾ ਲੈਂਦੀ ਹੈ। ਉਹ ਇੱਕ ਦੁਖੀ ਇਸਤਰੀ ਹੈ। ਉਹ ਆਪਣੇ ਪੁੱਤਰਾਂ ਤੋਂ ਭਾਵੇਂ ਨਿਰਾਸ਼ ਹੈ ਕਿਉਂਕਿ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ ਅਤੇ ਉਸਨੂੰ ਪਿਆਰ ਨਹੀਂ ਕਰਦੇ, ਪਰੰਤੂ ਉਹ ਕਹਿੰਦੀ ਹੈ ਕਿ ਕੁਮਾਪੇ ਨਹੀਂ ਹੁੰਦੇ। ਜਦੋਂ ਥਾਣੇਦਾਰ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤਾਂ ਉਹ ਤਰਲੋ ਮੱਛੀ ਹੁੰਦੀ ਹੈ। ਉਹ ਆਪਣੀ ਧੀ ਦੇ ਵਿਆਹ ਦੀ ਵੀ ਬਹੁਤ ਫਿਕਰ ਕਰਦੀ ਹੈ। ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ। ਇਸੇ ਕਰਕੇ ਉਹ ਦੀਪੋ ਤੋਂ ਗੁੜ ਵਾਲੀ ਉਹ ਡੱਲੀ ਵੀ ਲੈ ਲੈਂਦੀ ਹੈ ਜਿਹੜਾ ਉਸਨੇ ਲੁਕੋ ਕੇ ਆਪਣੇ ਪੁੱਤਰ ਲਈ ਰੱਖੀ ਹੋਈ ਸੀ। ਉਂਝ ਉਹ ਇੱਕ ਭੋਲੀ ਭਾਲੀ ਇਸਤਰੀ ਹੈ। ਉਹ ਸਿਪਾਹੀ ਤੇ ਥਾਣੇਦਾਰ ਦੀਆਂ ਚਲਾਕੀਆਂ ਭਰੀਆਂ ਗੱਲਾਂ ਨਹੀਂ ਸਮਝ ਸਕਦੀ। ਉਹ ਹੌਸਲੇ ਵਾਲੀ ਵੀ ਹੈ। ਇੱਕ ਵਾਰੀ ਉਸਨੇ ਖੂਹ ਵਿੱਚ ਡਿੱਗਿਆ ਮੇਮਣਾ ਖੂਹ ਵਿੱਚੋਂ ਉਤਰ ਕੇ ਕੱਢ ਲਿਆਂਦਾ ਸੀ। ਉਸ ਦੀ ਗੱਲਬਾਤ ਵਿੱਚੋਂ ਕਿਤੇ ਹਾਸ ਰਸ ਉਪਜਦਾ ਹੈ ਅਤੇ ਇਸ ਨਾਲ ਥਾਣੇਦਾਰ ਦਾ ਵਿਅੰਗਮਈ ਚਰਿੱਤਰ ਹੋਰ ਵੀ ਉਗੜਦਾ ਹੈ। ਉਸ ਤੋਂ ਬਾਅਦ ਦੇਖੋ ਸ਼ਰਨਜੀਤ ਦਾ ਚਰਿੱਤਰ ਚਿੱਤਰਨ ਕੀ ਹੈ। ਤਾਂ ਸ਼ਰਨਜੀਤ ਸਮੁੰਦਰੋਂ ਪਾਰ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਇਸ ਦੇ ਮੁੱਖ ਪਾਤਰ ਹਰਦੇਵ ਬਾਜਵੇ ਦੀ ਪੰਜਾਬਣ ਪਤਨੀ ਹੈ। ਨੀਟੂ ਉਸ ਦਾ ਪੁੱਤਰ ਹੈ ਅਤੇ ਸੁਖਦੇਵ ਉਸ ਦਾ ਦਿਓਰ ਹੈ।
ਉਹ ਪੜ੍ਹੀ ਲਿਖੀ ਅਤੇ ਡਰਾਮਿਆਂ ਵਿੱਚ ਹਿੱਸਾ ਲੈਂਦੀ ਰਹੀ ਹੈ। ਇਕਾਂਗੀ ਵਿੱਚ ਉਹ ਮਰਸੀ ਦਾ ਸਵਾਂਗ ਦੀ ਧਾਰਦੀ ਹੈ। ਉਹ ਇੱਕ ਸੁੱਚੇ ਆਚਰਣ ਵਾਲੀ ਅਤੇ ਸੱਚ ਬੋਲਣ ਵਾਲੀ ਇਸਤਰੀ ਹੈ, ਪਰੰਤੂ ਉਸ ਦੇ ਚਰਿੱਤਰਹੀਨ ਪਤੀ ਨੂੰ ਉਸ ਦਾ ਸੱਚ ਅਤੇ ਸਮਝਾਉਣ ਬੁਝਾਉਣ ਦੀ ਗੱਲ ਪਸੰਦ ਨਹੀਂ ਸੀ, ਜਿਸ ਕਰਕੇ ਉਹ ਉਸ ਦੇ ਚਰਿੱਤਰ ਉੱਤੇ ਝੂਠੇ ਦੋਸ਼ ਲਾਉਂਦਾ ਹੈ। ਅੰਤ ਉਹ ਉਸ ਨੂੰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ, ਜਿਸ ਕਰਕੇ ਉਹ ਸਮਾਜ ਵਿੱਚ ਚਰਿੱਤਰਹੀਨ ਛੁੱਟੜ ਬਣ ਕੇ ਰਹਿ ਜਾਂਦੀ ਹੈ। ਆਪਣੇ ਚਰਿੱਤਰ ਉੱਤੇ ਇਹ ਧੱਬਾ ਉਸ ਨੂੰ ਮਨਜ਼ੂਰ ਨਹੀਂ। ਉਹ ਇਹ ਧੱਬਾ ਧੋਣ ਲਈ ਇੰਗਲੈਂਡ ਪਹੁੰਚ ਜਾਂਦੀ ਹੈ, ਜਿੱਥੇ ਉਹ ਹਰਦੇਵ ਨੂੰ ਉਸਦੀਆਂ ਕਰਤੂਤਾਂ ਬਾਰੇ ਖਰੀਆਂ ਸੁਣਾਉਂਦੀ ਹੈ। ਪਰ ਹਰਦੇਵ ਆਪਣੇ ਭੈੜੇ ਚਰਿੱਤਰ ਅਤੇ ਦੁਸ਼ਟ ਸੁਭਾਅ ਕਾਰਨ ਉਸ ਨੂੰ ਗੋਲੀ ਮਾਰਨ ਲਈ ਪਿਸਤੌਲ ਚੁੱਕਦਾ ਹੈ, ਪਰੰਤੂ ਸੁਖਦੇਵ ਦੇ ਵਿਚਕਾਰ ਆਉਣ 'ਤੇ ਉਹ ਬਚ ਜਾਂਦੀ ਹੈ। ਬੇਸ਼ੱਕ ਹਰਦੇਵ ਨਾਲ ਉਸ ਦਾ ਸਮਝੌਤਾ ਹੋਣ ਵਾਲੀ ਕੋਈ ਗੱਲ ਨਹੀਂ ਵਾਪਰਦੀ, ਪਰੰਤੂ ਉਹ ਮਰਸੀ ਨੂੰ ਹਰਦੇਵ ਤੋਂ ਦੂਰ ਕਰਨ ਵਿੱਚ ਜ਼ਰੂਰ ਕਾਮਯਾਬ ਹੋ ਜਾਂਦੀ ਹੈ। ਉਂਝ ਉਹ ਮਰਸੀ ਨੂੰ ਕਸੂਰਵਾਰ ਨਹੀਂ ਸਮਝਦੀ। ਉਸ ਤੋਂ ਬਾਅਦ ਦੇਖੋ, ਹੁਣ ਤੁਹਾਡੇ ਇਹ ਵੀ ਹੋ ਗਏ। ਉਸ ਤੋਂ ਬਾਅਦ ਹੈਗੇ ਆ ਵੀਰਾਵਲੀ ਅਤੇ ਸ਼ਰਨਜੀਤ ਦਾ ਵੀ ਹੋ ਗਿਆ। ਉਸ ਤੋਂ ਬਾਅਦ ਹੈਗਾ ਕਿਸੇ ਇੱਕ ਵਾਰਤਾਲਾਪ ਵਿੱਚੋਂ ਆਧਾਰ 'ਤੇ ਪ੍ਰਸ਼ਨਾਂ ਦਾ ਉੱਤਰ ਦਿਓ। ਤਾਂ ਇਹ ਪਹਿਲਾ ਹੈਗਾ ਵਾ, ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਕਿ ਹਰ ਇੱਕ ਚੀਜ਼ ਨੂੰ ਉਲਟਾ ਕਰਕੇ ਦੇਖੋ। ਤਾਂ ਇਸਦਾ ਦੇਖੋ ਕੀ ਹੈ, ਤਾਂ ਇਹ ਵਾਰਤਾਲਾਪ ਹੈਗੀ ਹੈ ਅਤੇ ਇਸ ਦੇ ਵਿੱਚ ਕੁਐਸਚਨ ਆਉਣਗੇ। ਤਾਂ ਜਿਵੇਂ ਆ ਦੇਖੋ ਹੈਗਾ ਵਾ, ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਕਿ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ। ਤਾਂ ਪਹਿਲਾ ਹੈਗਾ ਵਾ, ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਹਨ? ਤਾਂ ਇਸ ਦਾ ਆਨਸਰ ਆ ਜਾਏਗਾ ਨਾਇਕ। ਸੈਕਿੰਡ ਹੈਗਾ ਵਾ, ਇਕਾਂਗੀ ਦਾ ਲੇਖਕ ਕੌਣ ਹੈ? ਤਾਂ ਇਸ ਆ ਜਾਏਗਾ ਗੁਰਸ਼ਰਨ ਸਿੰਘ। ਤਾਂ ਜਿਵੇਂ ਆ ਥਰਡ ਦਿੱਤਾ, ਇਹਦੇ ਕੁਐਸਚਨ ਪੇਪਰ ਵਿੱਚ ਨਹੀਂ ਹੈਗਾ, ਇਹਦੇ ਵਿੱਚ ਇਕੱਲਾ ਫੋਰਥ ਆ, ਪਹਿਲਾ, ਦੂਜਾ ਅਤੇ ਫੋਰਥ। ਇਸ ਦੇ ਵਿੱਚ ਫੋਰਥ ਦੇਖੋ ਕੀ ਹੈ, ਇਸ ਵਿੱਚ ਕਿਹੜੀ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ? ਇਸ ਵਿੱਚ ਨੌਜਵਾਨ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ। ਤਾਂ ਨੈਕਸਟ ਦੇਖੋ ਕੀ ਆਉਂਦਾ ਵਾ, ਸ਼ਰਨਜੀਤ, ਉਸ ਨੂੰ ਮੈਂ 7 ਸਮੁੰਦਰੋਂ ਪਾਰ ਧਰਮ ਕਰਮ ਵਿੱਚ ਚੁੱਕੀ ਹੋਈ ਇਸਤਰੀ ਦੀ ਦਲੀਲਾਂ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚੋਂ ਛੱਡ ਕੇ ਸੁਖ ਖਰੂ ਹੋ ਗਿਆ ਹਾਂ। ਇੰਗਲੈਂਡ ਦੀਆਂ ਆਜ਼ਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਹੈ। ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕਦਾ। ਤਾਂ ਪਹਿਲਾਂ ਦੇਖੋ, ਕੁਐਸਚਨ ਪੇਪਰ ਵਿੱਚ ਸਿਰਫ 3 ਕੁਐਸਚਨ ਦਿੱਤੇ ਗਏ ਨੇ, ਜਿਵੇਂ ਪਹਿਲਾ, ਦੂਜਾ ਅਤੇ ਆਹ ਜਿਹੜਾ 5th ਆ ਉਹ ਵਾਲਾ। ਤਾਂ ਪਹਿਲਾਂ ਦੇਖੋ, ਉਪਰੋਕਤ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ? ਸਮੁੰਦਰੋਂ ਪਾਰ। ਤਾਂ ਇਸ ਇਕਾਂਗੀ ਦਾ ਲੇਖਕ ਕੌਣ ਹੈ? ਕਪੂਰ ਸਿੰਘ ਘੁੰਮਣ। ਤਾਂ ਉਸ ਤੋਂ ਬਾਅਦ ਹੈਗਾ ਵਾ 5th। ਤਾਂ 5th ਦੇਖੋ ਕੀ ਹੈ ਕੁਐਸਚਨ, ਹਰਦੇਵ ਬਾਜਵੇ ਸ਼ਰਨਜੀਤ ਨੂੰ ਕਿਹੋ ਜਿਹੇ ਸਮਾਜ ਨੂੰ ਛੱਡ ਕੇ ਗਿਆ ਹੈ? ਤਾਂ ਹਰਦੇਵ ਬਾਜਵਾ ਸ਼ਰਨਜੀਤ ਨੂੰ ਉਸ ਸਮਾਜ ਵਿੱਚ ਛੱਡ ਕੇ ਗਿਆ ਜਿੱਥੇ ਧਰਮ ਭਰਮ ਦੀ ਚੱਕੀ ਧੱਕੇ ਅਤੇ ਅਨਿਆਂ ਦਾ ਸ਼ਿਕਾਰ ਇਸਤਰੀ ਦਾ ਵੀ ਦਨੀਆ ਕਰ ਦਿੰਦੀ ਹੈ। ਉਸ ਤੋਂ ਬਾਅਦ ਦੇਖੋ ਚਰਿੱਤਰ ਚਿੱਤਰਨ ਹੈਗਾ ਵਾ, ਜਿਵੇਂ ਬੰਤੇ ਦਾ ਚਰਿੱਤਰ ਚਿੱਤਰਨ। ਤਾਂ ਬੰਤੇ ਦਾ ਚਰਿੱਤਰ ਚਿੱਤਰਨ ਦੇਖੋ ਕੀ ਹੈ, ਬੰਤਾ ਇੱਕ ਹੋਰ ਨਵਾਂ ਸਾਲ ਨਾਵਲ ਦਾ ਮੁੱਖ ਪਾਤਰ ਹੈ। ਤਾਰੋ ਉਸਦੀ ਪਤਨੀ ਹੈ। ਉਸਦੇ 3 ਬੱਚੇ ਹਨ, ਇੱਕ ਮੁੰਡਾ ਫੁੰਮਣ ਤੇ 2 ਧੀਆਂ। ਉਸਦਾ ਖੇਤ ਮਜ਼ਦੂਰ ਬਾਪ ਉਸਦੇ ਸਿਰ ਕਰਜ਼ਾ ਛੱਡ ਕੇ ਮਰਿਆ ਸੀ, ਜਿਸ ਕਰਕੇ ਆਪਣੇ ਮਨ ਵਿੱਚ ਪੜ੍ਹਾਈ ਦੀ ਤੀਬਰ ਇੱਛਾ ਹੋਣ ਦੇ ਬਾਵਜੂਦ ਵੀ ਉਸਨੂੰ 5ਵੇਂ ਵਿੱਚੋਂ ਪੜ੍ਹਾਈ ਛੱਡਣੀ ਪਈ। ਪਹਿਲਾਂ ਉਹ ਖੇਤ ਮਜ਼ਦੂਰ ਬਣਿਆ ਅਤੇ ਫਿਰ ਅੰਮ੍ਰਿਤਸਰ ਦੇ ਇੱਕ ਦਫ਼ਤਰ ਵਿੱਚ ਚਪੜਾਸੀ। ਅਣਖੀਲਾ ਹੋਣ ਕਰਕੇ ਉਸਨੂੰ ਕੋਈ ਕੰਮ ਰਾਸ ਨਾ ਆਇਆ ਅਤੇ ਉਹ ਮੁੱਛ ਫੁੱਟਣ ਤੋਂ ਪਹਿਲਾਂ ਹੀ ਰਿਕਸ਼ਾ ਚਲਾਉਣ ਲੱਗ ਪਿਆ। ਉਸਦੇ ਸਿਰ ਦੇ ਵਾਲ ਕੱਟੇ ਹੋਏ ਹਨ, ਉਹ ਦਾੜੀ ਵੀ ਕਟਾ ਲੈਂਦਾ ਹੈ ਅਤੇ ਸਿਗਰਟਾਂ ਵੀ ਪੀਂਦਾ ਹੈ, ਪਰ ਸਿਰ ਉੱਤੇ ਪੱਗ ਰੱਖਦਾ ਹੈ। ਉਸਨੇ ਗੱਲ ਫਤੂਹੀ ਉੱਪਰ ਕੁੜਤਾ, ਫਿਰ ਪਾਟਿਆ ਸਵੈਟਰ ਅਤੇ ਸਭ ਤੋਂ ਉੱਪਰ ਪੁਣੀਆਂ ਤੋਂ ਫਟਿਆ ਕੋਟ ਪਾਇਆ ਹੋਇਆ ਹੈ। ਠੰਡ ਵਿੱਚ ਰਿਕਸ਼ਾ ਚਲਾਉਣ ਕਰਕੇ ਉਸਦੇ ਹੱਥ ਪੈਰ ਠਰੇ ਹੋਏ ਹਨ, ਕਾਲੇ ਅਤੇ ਖੁਸ਼ਕ ਸਨ। ਉਹ ਸਵੇਰੇ 5 ਵਜੇ ਉੱਠ ਕੇ ਚਾਹ ਨਾਲ ਪਈ ਰੋਟੀ ਖਾ ਕੇ ਸਾਰਾ ਦਿਨ ਰਿਕਸ਼ੇ ਉੱਤੇ ਸਵਾਰੀਆਂ ਢੋਣ ਵਾਲਾ ਪਰ ਆਰਥਿਕ ਤੰਗੀਆਂ ਵਿੱਚ ਘਿਰਿਆ ਹੋਇਆ ਇੱਕ ਕਿਰਤੀ ਆਦਮੀ ਹੈ। ਉਹ ਅਮੀਰ ਹੋਣ ਦੇ ਸੁਪਨੇ ਦੇਖਦਾ ਹੈ, ਪਰ ਨਾਜਾਇਜ਼ ਧੰਦਿਆਂ ਦੀ ਥਾਂ ਹੱਕ ਹਲਾਲੀ ਦੀ ਕਮਾਈ ਖਾਣੀ ਪਸੰਦ ਕਰਦਾ ਹੈ। ਉਹ ਆਪਣੇ ਰਿਕਸ਼ੇ ਵਿੱਚ ਸਵਾਰ ਲੜਕੀਆਂ ਪ੍ਰਤੀ ਜ਼ਿੰਮੇਵਾਰ ਅਤੇ ਧਾਰਮਿਕ ਬਿਰਤੀ ਵਾਲਾ ਆਦਮੀ ਹੈ। ਉਸ ਦਾ ਆਪਣੀ ਮਾਂ, ਬੱਚਿਆਂ ਅਤੇ ਪਤਨੀ ਨਾਲ ਬਹੁਤ ਪਿਆਰ ਹੈ ਅਤੇ ਖੁਸ਼ਹਾਲ ਭਵਿੱਖ ਦੀ ਆਸ ਵਿੱਚ ਪੁੱਤਰ ਨੂੰ ਪੜ੍ਹਾਉਣਾ ਚਾਹੁੰਦਾ ਹੈ। ਉਹ ਹੀਣਤਾ ਭਾਵ ਦਾ ਸ਼ਿਕਾਰ ਵੀ ਹੈ, ਪਰੰਤੂ ਨਾਲ ਹੀ ਇਨਸਾਨੀ
ਪਰ ਨਾਲ ਹੀ ਇਨਸਾਨੀ ਭਾਵਾਂ ਅਤੇ ਹਮਦਰਦੀ ਨਾਲ ਭਰਪੂਰ ਹੈ। ਉਸ ਨੂੰ ਹਸਮੁਖ ਸੁਭਾਅ ਦਾ ਬੰਦਾ ਵਧੇਰੇ ਪਸੰਦ ਹੈ। ਉਹ ਗਾ ਵੀ ਲੈਂਦਾ ਹੈ। ਉਸ ਤੋਂ ਬਾਅਦ ਦੇਖੋ ਤਾਰੋ ਦਾ ਚਰਿੱਤਰ ਚਿੱਤਰਨ। ਤਾਂ ਤਾਰੋ ਇੱਕ ਹੋਰ ਨਵਾਂ ਸਾਲ ਨਾਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ। ਉਸਦੇ 3 ਬੱਚੇ ਹਨ, ਮੁੰਡਾ ਫੁੰਮਣ ਤੇ 2 ਧੀਆਂ। ਉਹ ਬੰਤੇ ਦੀ ਮਾਮੀ ਦੀ ਭਤੀਜੀ ਸੀ। ਜਦੋਂ ਉਹ ਵਿਆਹੀ ਆਈ ਸੀ ਤਾਂ ਉਸ ਨੂੰ ਉਹ ਬਹੁਤ ਸੋਹਣੀ ਲੱਗਦੀ ਸੀ। ਉਸ ਦਾ ਮੂੰਹ ਵੀ ਭੋਲਾ ਭਾਲਾ ਸੀ। ਸਹੁਰੇ ਘਰ ਵਿੱਚ ਉਸਦੀ ਆਪਣੀ ਸੱਸ ਨਾਲ ਨਹੀਂ ਸੀ ਬਣਦੀ, ਜਿਸ ਕਰਕੇ ਉਹ ਅਲੱਗ ਪਿੰਡ ਵਿੱਚ ਰਹਿੰਦੀ ਹੈ। ਫੁੰਮਣ ਨੂੰ ਜਨਮ ਦੇਣ ਮਗਰੋਂ ਉਸ ਦੀ ਸਿਹਤ ਖਰਾਬ ਰਹਿਣ ਲੱਗੀ, ਜਿਸ ਦਾ ਉਸ ਦੇ ਪਤੀ ਬੰਤੇ ਨੂੰ ਬਹੁਤ ਫਿਕਰ ਰਹਿੰਦਾ ਹੈ। ਅਸਲ ਵਿੱਚ ਸਹੁਰੇ ਘਰ ਆ ਕੇ ਉਸ ਦੀ ਇਸ ਗੱਲ ਦਾ ਸਦਮਾ ਲੱਗਾ ਸੀ ਕਿ ਉਸ ਦੀ ਸੱਸ ਨੇ ਉਸ ਦਾ ਦਾਜ ਵਾਲੇ ਟਰੰਕ ਵਿੱਚੋਂ ਕੱਪੜੇ ਕੱਢ ਕੇ ਆਪਣੀ ਧੀਆਂ ਨੂੰ ਦੇ ਦਿੱਤੇ ਸਨ। ਉਸ ਨੂੰ ਬੰਤੇ ਦੇ ਸਿਰ ਚੜੇ ਕਰਜ਼ੇ ਦਾ ਵੀ ਬਹੁਤ ਦੁੱਖ ਅਤੇ ਰੋਸ ਹੈ। ਇਸ ਲਈ ਉਹ ਇਸ ਗੱਲ ਤੋਂ ਹੋਈ ਖਿੜਬੜ ਤੇ ਸਿੱਟੇ ਵਜੋਂ ਇੱਕ ਵਾਰ ਬੰਤੇ ਨੇ ਉਸ ਨੂੰ 2-3 ਧੱਫੇ ਵੀ ਮਾਰ ਦਿੱਤੇ। ਇਸ ਘਟਨਾ ਨੂੰ ਉਸਨੇ ਇੰਨਾ ਮਨ ਉੱਤੇ ਲਾਇਆ ਕਿ ਮਗਰੋਂ ਬੰਤੇ ਨੇ ਉਸ ਦੇ ਚਿਹਰੇ ਉੱਤੇ ਕਦੇ ਖੁਸ਼ੀ ਹੀ ਨਹੀਂ ਦੇਖੀ। ਬੰਤੇ ਨੂੰ ਜਾਪਦਾ ਹੈ ਕਿ ਜਿਵੇਂ ਉਸ ਨੇ ਉਸ ਨੂੰ ਕਦੇ ਮਾਫੀ ਨਹੀਂ ਕੀਤਾ। ਉਹ ਚੁੱਪਚਾਪ ਰਹਿੰਦੀ ਸੀ ਅਤੇ ਬੰਤੇ ਇਸ ਦਾ ਮੁੱਖ ਕਾਰਨ ਘਰ ਦੀ ਗਰੀਬੀ ਨੂੰ ਸਮਝਦਾ ਸੀ। ਉਂਝ ਉਹ ਇੱਕ ਜ਼ਿੰਮੇਵਾਰ ਔਰਤ ਅਤੇ ਫਰਜ਼ ਨਿਭਾਉਂਦੀ ਹੋਈ ਆਪਣੇ 3 ਬੱਚਿਆਂ ਨੂੰ ਪਾਲਣ ਤੋਂ ਇਲਾਵਾ ਇੱਕ ਸਕੂਲ ਮਾਸਟਰ ਦੇ ਘਰ ਜਾ ਕੇ ਕੰਮ ਵੀ ਕਰਦੀ ਅਤੇ ਕੁਝ ਕਮਾ ਕੇ ਲਿਆਉਂਦੀ ਸੀ। ਉਹ ਬੰਤੇ ਦੇ ਰੋਕਣ ਦੇ ਬਾਵਜੂਦ ਵੀ ਇਹ ਕੰਮ ਛੱਡਣਾ ਨਹੀਂ ਸੀ ਚਾਹੁੰਦੀ। ਉਸ ਤੋਂ ਬਾਅਦ ਉਂਝ ਉਹ ਆਪਣੇ ਪਤੀ ਬੰਤੇ ਵੱਲੋਂ ਬੇਪਰਵਾਹੀ ਨਹੀਂ ਸੀ ਵਰਤਦੀ, ਸਗੋਂ ਉਹ ਥਕੇਵਾ ਲਾਉਣ ਲਈ ਉਸ ਦੀਆਂ ਲੱਤਾਂ ਵੀ ਕੁੱਟਦੀ ਹੈ। ਉਸ ਤੋਂ ਬਾਅਦ ਫੁੰਮਣ ਦਾ ਚਰਿੱਤਰ ਚਿੱਤਰਨ। ਤਾਂ ਫੁੰਮਣ ਉਸਦਾ ਮੁੰਡਾ ਫੁੰਮਣ ਇੱਕ ਹੋਰ ਨਵਾਂ ਸਾਲ ਨਾਵਲ ਦਾ ਇੱਕ ਗੌਣ ਪਾਤਰ ਹੈ। ਉਹ ਇਸ ਨਾਵਲ ਦੇ ਮੁੱਖ ਪਾਤਰ ਬੰਤੇ ਦਾ ਅਤੇ ਉਸਦੀ ਪਤਨੀ ਦਾ ਵੱਡਾ ਪੁੱਤਰ ਹੈ। ਉਸ ਦੀਆਂ 2 ਛੋਟੀਆਂ ਭੈਣਾਂ ਵੀ ਹਨ। ਉਹ 3ਜੀ ਜਮਾਤ ਵਿੱਚ ਪੜ੍ਹਦਾ ਹੈ। ਤਾਂ ਇਸ ਦੇ ਵਿੱਚ ਹੈਡਿੰਗ ਦੇਖੋ ਕੀ ਹੈ, ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ। ਤਾਂ ਫੁੰਮਣ ਹੋਰਨਾਂ ਬੱਚਿਆਂ ਵਾਂਗ ਹੀ ਆਪਣੇ ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ ਹੈ। ਇਸੇ ਕਰਕੇ ਹੀ ਬੰਤਾ ਉਸ ਨੂੰ ਖੂਬ ਪੜ੍ਹਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਸਵੰਗ ਅਨਪੜ੍ਹ ਰਹੇ ਅਤੇ ਰਿਕਸ਼ਾ ਚਲਾਵੇ। ਉਹ ਆਸ ਕਰਦਾ ਹੈ ਕਿ ਉਹ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰੇਗਾ, ਜਿਸ ਨਾਲ ਉਸ ਦੀ ਗਰੀਬੀ ਕੱਟੀ ਜਾਵੇਗੀ। ਉਸ ਤੋਂ ਬਾਅਦ ਦੇਖੋ ਪੜ੍ਹਾਈ ਵਿੱਚ ਰੁਚੀ ਰੱਖਣ ਵਾਲਾ। ਤਾਂ ਜਿਹੜਾ ਫੁੰਮਣ ਪੜ੍ਹਨ ਲਿਖਣ ਵਿੱਚ ਰੁਚੀ ਲੈਣ ਵਾਲਾ ਜਾਪਦਾ ਹੈ। ਉਹ ਜਦੋਂ ਬੰਤਾ ਦੁਪਹਿਰੇ ਘਰ ਆਉਂਦਾ ਤਾਂ ਉਹ ਉਸ ਅੱਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜ੍ਹਾਉਣ ਲਈ ਕਹਿੰਦਾ ਹੈ। ਉਸ ਤੋਂ ਬਾਅਦ ਕੋਖੀ ਅਤੇ ਜਗਿਆਸੂ ਰੁਚੀ ਵਾਲਾ। ਫੁੰਮਣ ਦੀ ਪੜ੍ਹਨ ਵਿੱਚ ਰੁਚੀ ਨਹੀਂ ਸੀ। ਫੁੰਮਣ ਦੀ ਪੜ੍ਹਨ ਵਿੱਚ ਰੁਚੀ ਹੀ ਨਹੀਂ ਸਗੋਂ ਨਵੀਆਂ ਗੱਲਾਂ ਨੂੰ ਸਮਝਣ ਦੀ ਜਗਿਆਸਾ ਵੀ ਹੈ। ਉਹ ਬੰਤੇ ਨੂੰ ਮਹਾਨ ਰਿਸ਼ੀ ਮੁਨੀ, ਮਾਣ, ਘਮੰਡ, ਲੋਕਰਾਜ, ਗਰੀਬੀ, ਪਰਣ ਅਤੇ ਬਲਾ ਆਦਿ ਦੇ ਮਤਲਬ ਪੁੱਛਦਾ ਹੈ। ਇਸੇ ਜਗਿਆਸੂ ਰੁਚੀ ਕਾਰਨ ਹੀ ਉਹ ਬੰਤੇ ਤੋਂ ਬਾਤ ਸੁਣਨ ਲਈ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈ ਅਤੇ ਫਿਰ ਬੰਤੇ ਨੂੰ ਪੁੱਛਦਾ ਹੈ ਕਿ ਨਵਾਂ ਸਾਲ ਕੀ ਹੁੰਦਾ ਹੈ। ਉਹ ਕਿਉਂ ਨਹੀਂ ਇਸ ਦਿਨ ਤੇ ਲੋਕਾਂ ਵਾਂਗੂ ਖਾਂਦੇ ਪੀਂਦੇ ਅਤੇ ਨੱਚਦੇ ਕੁੱਦਦੇ। ਤਾਂ ਲਾਸਟ ਵਿੱਚ ਇਸ ਦੇ ਵਿੱਚ ਹੈਗਾ ਹਾਜ਼ਰ ਜਵਾਬੀ। ਉਹ ਬੇਸ਼ੱਕ ਬੱਚਾ ਹੈ, ਪਰ ਉਸ ਦੀ ਗੱਲ ਵਿੱਚ ਹਾਜ਼ਰ ਜਵਾਬੀ ਅਤੇ ਦਲੀਲ ਹੈ। ਜਦੋਂ ਬੰਤਾ ਬਾਤ ਸੁਣਾਉਣ ਤੋਂ ਬਚਣ ਲਈ ਕਹਿੰਦਾ ਹੈ ਕਿ ਅੱਜ ਕੱਲ੍ਹ ਰਾਜੇ ਦੇ ਬੇਟੇ ਨਹੀਂ ਹੁੰਦੇ, ਤਾਂ ਉਹ ਇੱਕਦਮ ਹੀ ਕਹਿੰਦਾ ਹੈ, ਹੁੰਦੇ ਐ, ਤੂੰ ਝੂਠ ਆਨੇ, ਬੀਬੀ ਮੈਨੂੰ ਕਹਿੰਦੀ ਹੁੰਦੀ ਹੈ ਰਾਜਾ ਬੇਟਾ। ਤਾਂ ਹੱਸ ਰਸ ਪੈਦਾ ਕਰਨ ਵਾਲਾ। ਤਾਂ ਉਸ ਦੀ ਘੋਗੀ ਰੁਚੀ ਅਤੇ ਹਾਜ਼ਰ ਜਵਾਬੀ ਨਾਵਲ ਵਿੱਚ ਇੱਕ ਹੱਸ ਰਸ ਪੈਦਾ ਕਰਦੀ ਹੈ। ਉਸ ਤੋਂ ਬਾਅਦ ਦੇਖੋ ਕੀ ਹੈ, ਹੁਣੇ ਪ੍ਰਸੰਗ ਵਿਆਖਿਆ ਆ ਗਿਆ। ਲਾਜੋ ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦਿੰਨੀ ਆ ਉਹਨੂੰ। ਤਾਂ ਇਸ ਦੇ ਵਿੱਚ ਪ੍ਰਸੰਗ ਦੇਖੋ ਕੀ ਹੈ, ਇਹ ਨਾਵਲ ਦੇ ਜਿਹੜੇ ਪ੍ਰਸੰਗ ਵਿਆਖਿਆ ਨੇ ਉਹ ਨੇ। ਤਾਂ ਪ੍ਰਸੰਗ ਦੇਖੋ ਕੀ ਹੈ, ਇਹ ਸ਼ਬਦ ਨਿਰੰਜਨ ਤਸਨੀਮ ਦੀ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਦੇ ਰਿਕਸ਼ੇ ਤੇ ਸੰਬੰਧ ਵਿੱਚ ਕੁੜੀ ਵੇਖਣ ਲਈ ਗੁਰੂ ਬਾਜ਼ਾਰ ਜਾ ਰਹੀਆਂ ਔਰਤਾਂ ਵਿੱਚੋਂ ਮੁੰਡੇ ਦੀ ਮਾਂ ਵਿਚੋਲਣ ਲਾਜੋ ਨੂੰ ਕਹਿੰਦੀ ਹੈ। ਵਿਆਖਿਆ ਦੇਖੋ ਕਿ ਮੁੰਡੇ ਦੀ ਮਾਂ ਵਿਚੋਲਣ ਨੂੰ ਕਹਿੰਦੀ ਹੈ ਕਿ ਜੇਕਰ ਕੁੜੀ ਉਸ ਨੂੰ ਪਸੰਦ ਆ ਗਈ ਤਾਂ ਉਹ ਕੁੜੀ ਨੂੰ ਮੁੰਦਰੀ ਪਾ ਕੇ ਉਸ ਨੂੰ ਆਪਣੇ ਮੁੰਡੇ ਲਈ ਰੋਕ ਲਵੇਗੀ। ਉਸ ਤੋਂ ਬਾਅਦ ਦੇਖੋ ਨੈਕਸਟ ਕੀ ਹੈ, ਲੋਕ ਰਾਜ ਦਾ ਮਤਲਬ ਲੋਕਾਂ ਦਾ ਰਾਜ। ਇਸ ਤਰ੍ਹਾਂ ਕਿ ਸਾਡੇ ਮੁਲਕ ਵਿੱਚ ਹੈ ਲੋਕ ਹੀ ਰਾਜ ਕਰਦੇ ਹੈ, ਰਾਜ ਮਹਾਰਾਜੇ ਨਹੀਂ ਕਰਦੇ। ਤਾਂ ਇਸ ਦੇਖੋ ਪ੍ਰਸੰਗ ਕੀ ਹੈ, ਇਹ ਸ਼ਬਦ ਨਿਰੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਆਪਣੇ ਪੁੱਤਰ ਫੁੰਮਣ ਨੂੰ ਉਦੋਂ
ਰਹੇ ਜਦੋਂ ਉਹ ਉਸ ਨੂੰ ਪੜ੍ਹਾਉਂਦਾ ਹੈ ਅਤੇ ਉਹ ਕਵਿਤਾ ਵਿੱਚ ਆਏ ਹੋਰ ਸ਼ਬਦਾਂ ਦੇ ਨਾਲ ਲੋਕ ਰਾਜ ਸ਼ਬਦ ਦਾ ਮਤਲਬ ਪੁੱਛਦਾ ਹੈ। ਤਾਂ ਵਿਆਖਿਆ ਦੇਖੋ ਕੀ ਹੈ। ਬੰਤਾ ਦੱਸਦਾ ਹੈ ਕਿ ਲੋਕ ਰਾਜ ਦਾ ਮਤਲਬ ਹੁੰਦਾ ਹੈ ਉਹ ਰਾਜ ਜੋ ਲੋਕਾਂ ਦੇ ਹੱਥ ਵਿੱਚ ਹੋਵੇ, ਜਿੱਥੋਂ ਦੀ ਸਰਕਾਰ ਲੋਕਾਂ ਵੋਟਾਂ ਪਾ ਕੇ ਚੁਣਨ। ਅਜਿਹਾ ਲੋਕ ਰਾਜ ਸਾਡੇ ਦੇਸ਼ ਵਿੱਚ ਵੀ ਹੈ। ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਹੈ, ਨਾ ਕਿ ਰਾਜਿਆਂ ਦੀ। ਤਾਂ ਦੋਸਤੋ ਇੱਥੇ ਤੁਹਾਡਾ ਹੈ ਖਤਮ ਹੋ ਚੁੱਕਿਆ ਵਾ। ਅਗਰ ਤੁਹਾਨੂੰ ਇਸ ਦੀ PDF ਚਾਹੀਦੀ ਹੈ ਤਾਂ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ, ਜਿਸ ਦਾ ਕਿ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੂੰਗੀ, ਜਾਂ ਤੁਸੀਂ ਟੈਲੀਗ੍ਰਾਮ 'ਤੇ ਜਾ ਕੇ ਸਟੱਡੀ ਵਿਦ ਖੁਸ਼ਬੂ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਇਸ ਦਾ PDF ਜਿਹੜਾ ਹੈਗਾ ਮਿਲ ਸਕਦਾ ਵਾ। ਅਤੇ ਬਾਕੀ ਇਹੀ ਸੀਗਾ। ਬਾਕੀ ਕੋਈ ਹੋਰ ਕੁਐਸਚਨ ਪੇਪਰ ਆਉਂਦਾ ਵਾ ਜਾਂ ਕੋਈ ਸੈਂਪਲ ਪੇਪਰ ਆਉਂਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।